ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਅੱਜ ਦੇ ਸਮੇਂ ਲਈ। ਅੱਜ ਜੋ ਵੀ ਆਤਮਾ ਨੇ ਗੱਲਾਂ ਮੈਨੂੰ ਸਿਖਾਈਆਂ, ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਯਹੂਨਾ ਦੀ ਇੰਜੀਲ ਉਹਦੇ 6 ਅਧਿਆਏ ਉਹਦੇ 1 ਤੋਂ ਲੈ ਕੇ 66 ਤੱਕ ਕੁਝ ਗੱਲਾਂ ਨੂੰ ਆਪਾਂ ਮਨਨ ਕਰਾਂਗੇ। ਔਰ ਇਹਦੇ 1 ਤੋਂ ਲੈ ਕੇ 15 ਤੱਕ ਇੱਕ ਘਟਨਾ ਵਾਪਰਦੀ ਹੈ। ਔਰ ਉਸ ਜਗ੍ਹਾ ਦੇ ਉੱਤੇ 5000 ਲੋਕ ਜਿਹੜੇ ਆ ਉਹ ਪਹਾੜ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਰੋਟੀਆਂ ਦੇ ਦੁਆਰਾ ਮੱਛਲੀਆਂ ਦੇ ਦੁਆਰਾ ਰਜਾਏ ਜਾਂਦੇ ਨੇ। ਔਰ ਉਸ ਤੋਂ ਬਾਅਦ 'ਚ ਯਿਸੂ ਮਸੀਹ ਨੂੰ ਉਹ ਦੁਬਾਰਾ ਲੱਭਣ ਜਾਂਦੇ ਨੇ ਅਤੇ ਯਿਸੂ ਮਸੀਹ ਕਹਿ ਰਹੇ ਕਿ ਤੁਸੀਂ ਮੈਨੂੰ ਨਹੀਂ ਲੱਭਦੇ, ਬਲਕਿ ਤੁਸੀਂ ਫਿਰ ਤੋਂ ਰੋਟੀਆਂ ਹੀ ਲੱਭਦੇ ਹੋ। ਅਤੇ ਜਦ ਯਿਸੂ ਮਸੀਹ ਉਹਨਾਂ ਨੂੰ ਆਤਮਿਕ ਜੀਵਨ ਦੀ, ਆਤਮਿਕ ਰੋਟੀ ਦੀ ਗੱਲ ਕਰਦੇ ਨੇ ਅਤੇ ਬਹੁਤ ਸਾਰੇ ਚੇਲੇ ਜਿਹੜੇ ਆ ਉਹ ਯਿਸੂ ਮਸੀਹ ਨੂੰ ਛੱਡ ਕੇ ਚਲੇ ਜਾਂਦੇ ਨੇ। ਤੋ ਇਸ ਗੱਲ ਦੇ ਉੱਤੇ ਅਸੀਂ ਜ਼ਿਆਦਾ ਮਨਨ ਕਰਾਂਗੇ ਕਿ ਇਨਸਾਨ ਕੇਵਲ ਜਿਹੜਾ ਆ ਉਹ ਰੋਟੀ ਨਾਲ ਨਹੀਂ, ਬਲਕਿ ਪਰਮੇਸ਼ਰ ਦੇ ਵਚਨ ਨਾਲ ਜਿਉਂਦਾ ਰਹਿੰਦਾ ਹੈ। ਤਾਂ ਹੁਣ ਅਸੀਂ ਇਹਦੀ ਦੂਸਰੀ ਆਇਤ ਨੂੰ ਜਦੋਂ ਦੇਖਦੇ ਹਾਂ ਤਾਂ ਇਹ 'ਚ ਇਸ ਤਰ੍ਹਾਂ ਲਿਖਿਆ ਆ, तब एक बड़ी भीड़ उसके पीछे हो ली, क्योंकि जो आश्चर्य कर्म में बीमारों पर दिखाता था उनको देखते थे। तो ये लोग ਜਿਹੜੇ ਹੀ ਇਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆਏ ਅਤੇ ਉਹਦੇ ਚਮਤਕਾਰਾਂ ਨੂੰ ਵੇਖਦੇ ਸੀ। ਅਤੇ ਜਿੰਨੇ ਵੀ ਆਸ਼ਚर्य ਕਰਮ ਯਿਸੂ ਮਸੀਹ ਨੇ ਦਿਖਾਏ ਉਹਨਾਂ ਨੂੰ ਦੇਖ ਕੇ ਕਹਿਣ ਲੱਗੇ ਕਿ ਇਹ ਵਾਕਈ ਇੱਕ ਨਬੀ ਆ। ਔਰ ਉਹਨੂੰ ਇੱਕ ਨਬੀ ਦੇ ਤੌਰ 'ਤੇ ਮੰਨ ਵੀ ਲਿਆ ਇਹਨਾਂ ਨੇ। ਜਦੋਂ ਅਸੀਂ 6 ਦੀ 14 ਵਚਨ ਪੜ੍ਹਦੇ ਹਾਂ ਤਾਂ 25 ਤੋਂ 26 ਤੱਕ ਦੇਖਦੇ ਹਾਂ, ਅਤੇ ਉਹਨੂੰ ਦੁਬਾਰਾ ਢੂੰਡਣ ਵਾਸਤੇ ਆਏ। ਉਹ ਲੱਭਦੇ ਲੱਭਦੇ ਉਹ ਯਿਸੂ ਮਸੀਹ ਤੱਕ ਪਹੁੰਚੇ, ਲੇਕਿਨ ਯਿਸੂ ਮਸੀਹ ਨੇ ਉਹਨਾਂ ਨੂੰ ਉਹਨਾਂ ਦੀ ਅਸਲੀ ਜ਼ਰੂਰਤ ਦੇ ਬਾਰੇ ਦੱਸਿਆ ਕਿ ਉਹਨਾਂ ਨੂੰ ਸਰੀਰਕ ਰੋਟੀ ਨਹੀਂ, ਉਹਨਾਂ ਨੂੰ ਆਤਮਿਕ ਰੋਟੀ ਦੀ ਜ਼ਰੂਰਤ ਹੈ। ਉਹਦੇ 6 ਦੀ 5 'ਚ ਸਰੀਰਕ ਰੋਟੀ ਦੀ ਗੱਲ ਕੀਤੀ ਗਈ। ਉੱਥੇ ਪ੍ਰਭੂ ਨੇ ਉਹਨਾਂ ਦੀ ਜ਼ਰੂਰਤ ਨੂੰ ਸਮਝਿਆ ਸੀ, ਲੇਕਿਨ 35 ਵਿੱਚ ਉਹਨਾਂ ਦੀ ਆਤਮਿਕ ਜ਼ਰੂਰਤ ਨੂੰ ਵੀ ਪ੍ਰਭੂ ਯਿਸੂ ਮਸੀਹ ਨੇ ਸਮਝਿਆ। ਅਤੇ ਲੋਕ ਜਿਹੜੇ ਸੀ ਉਹਨਾਂ ਨੇ ਮਤਲਬ ਜਦੋਂ ਯਿਸੂ ਮਸੀਹ ਦੀ ਉਸ ਗੱਲ ਨੂੰ ਸੁਣਿਆ, ਜਦੋਂ ਉਹਨੇ ਆਤਮਿਕ ਰੋਟੀ ਦੀ ਗੱਲ ਕੀਤੀ, ਅਤੇ ਬਹੁਤ ਸਾਰੇ ਚੇਲਿਆਂ ਨੇ ਕਿਹਾ ਕਿ ਇਹ ਤਾਂ ਕਠੋਰ ਗੱਲ ਆ, ਇਹਨੂੰ ਕੌਣ ਸਹਿ ਸਕਦਾ ਹੈ। ਅਤੇ ਉਹਦੇ 41 ਤੋਂ 43 ਤੱਕ ਔਰ 61 ਵਚਨ ਤੱਕ ਪੜ੍ਹਦੇ ਹਾਂ ਅਤੇ ਉਹ ਕੁੜਕਣਾਉਣ ਲੱਗ ਪਏ। ਠੋਕਰ ਖਾਧੀ ਉਹਨਾਂ ਨੇ ਇਸ ਗੱਲ ਦੀ। ਤੋ 66 ਵਚਨ 'ਚ ਲਿਖਿਆ ਆ, ਇਸ ਦੇ ਬਾਅਦ ਬਹੁਤ ਸੇ ਚੇਲੇ, ਬਹੁਤ ਸਾਰੇ ਚੇਲੇ ਸੀ ਉੱਥੇ, ਅਤੇ ਉਹ ਸਾਰੇ ਉਲਟੇ ਫਿਰ ਗਏ, ਪ੍ਰਭੂ ਨੂੰ ਛੱਡ ਕੇ ਚਲੇ ਗਏ। ਹੁਣ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੇਖਦੇ ਕਿ ਜਦੋਂ ਰੋਟੀਆਂ ਖਾ ਰਹੇ ਸੀ, ਜਦੋਂ ਉਸ ਜਗ੍ਹਾ ਦੇ ਉੱਤੇ 5000 ਲੋਕ ਮਛਲੀਆਂ ਖਾ ਰਹੇ ਸੀ, ਰੋਟੀਆਂ ਖਾ ਰਹੇ, ਬੜੇ ਖੁਸ਼ ਸੀ। ਲੇਕਿਨ ਜਦੋਂ ਪ੍ਰਭੂ ਨੇ ਆਤਮਿਕ ਰੋਟੀ ਦੀ ਗੱਲ ਕੀਤੀ ਅਤੇ ਉਹ ਲੋਕ ਸਾਰੇ ਪ੍ਰਭੂ ਨੂੰ ਛੱਡ ਕੇ ਚਲੇ ਗਏ। ਉਹਨਾਂ ਦਾ ਚਮਤਕਾਰ ਵੇਖਣਾ ਦੂਸਰੇ ਵਚਨ 'ਚ, 14ਵੇਂ ਵਚਨ 'ਚ, ਔਰ ਫਿਰ ਉਹ 15ਵੇਂ ਵਚਨ 'ਚ ਲਿਖਿਆ ਕਿ ਯਿਸੂ ਮਸੀਹ ਨੂੰ ਰਾਜਾ ਬਣਾਉਣਾ ਚਾਹੁੰਦੇ ਸੀ। ਉਹ ਚਾਹੁੰਦੇ ਸਾਡੀ ਰਾਜਨੀਤਿਕ ਜ਼ਰੂਰਤ ਵੀ ਪ੍ਰਭੂ ਪੂਰੀ ਕਰੇ। ਔਰ ਉਹ ਭੱਜ ਦੌੜ ਜਿਹੜੀ ਕੀਤੀ ਸੀ, ਬੇੜੀਆਂ 'ਤੇ ਚੜ੍ਹ ਕੇ ਦੌੜ ਕੇ ਲੱਭਣ ਗਏ ਯਿਸੂ ਮਸੀਹ ਨੂੰ, ਲੇਕਿਨ ਉਹਨਾਂ ਦੀ ਉਹ ਭੱਜ ਦੌੜ ਵਿਅਰਥ ਚਲੀ ਗਈ। ਔਰ 26 ਵਚਨ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਆਤਮਿਕ ਅਤੇ ਸਰੀਰਕ ਰੋਟੀ ਦੇ ਅੰਤਰ ਨੂੰ ਬਿਲਕੁਲ ਨਹੀਂ ਸਮਝਿਆ। ਤੋ ਸਰੀਰਕ ਰੋਟੀ ਤਾਂ ਖਾ ਲਈ, ਪਰ ਆਤਮਿਕ ਰੋਟੀ ਨੂੰ ਉਹਨਾਂ ਨੇ ਠੁਕਰਾ ਦਿੱਤਾ। ਉਹਦੇ 63 ਵਚਨ 'ਚ ਲਿਖਦੇ ਹਾਂ ਕਿ ਉਹਨਾਂ ਨੇ ਆਤਮਿਕ ਗੱਲਾਂ ਨੂੰ ਠੁਕਰਾਇਆ, ਯਿਸੂ ਮਸੀਹ ਦੀਆਂ ਗੱਲਾਂ ਨੂੰ। ਯਿਸੂ ਮਸੀਹ ਨੇ 6:41 'ਚ ਕਿਹਾ ਹੈ ਕਿ ਸਵਰਗੀ ਰੋਟੀ ਜਿਹੜੀ ਆ ਉਹ ਮੈਂ ਹੀ ਹਾਂ, ਅਤੇ ਤੁਸੀਂ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ। ਤੋ 6 ਦੀ 12 'ਚ ਅਸੀਂ ਦੇਖਦੇ ਹਾਂ ਕਿ ਉਸ ਵਕਤ ਉਹ ਪੂਰੇ ਤ੍ਰਿਪਤ ਹੋ ਗਏ ਸੀ ਖਾ ਕੇ। ਰੋਟੀਆਂ ਜਿਹੜੀਆਂ ਪ੍ਰਭੂ ਨੇ ਦਿੱਤੀਆਂ ਸੀ ਉਹਨਾਂ ਨੂੰ ਖਾ ਕੇ ਉਹ ਤ੍ਰਿਪਤ ਹੋ ਗਏ, ਲੇਕਿਨ ਆਤਮਿਕ ਰੋਟੀ ਨਾਲ ਉਹ ਤ੍ਰਿਪਤ ਨਹੀਂ ਹੋਏ। ਅਤੇ ਜਦੋਂ ਅਸੀਂ ਪੜ੍ਹਦੇ ਹਾਂ ਅੱਗੇ, ਅਤੇ ਉਹ ਅੱਗੇ ਵੀ ਉਸੇ ਚਮਤਕਾਰ ਦੀ ਮੰਗ ਕਰ ਰਹੇ। 6 ਦੀ 30 'ਚ ਪੜ੍ਹਦੇ ਹਾਂ ਅਤੇ ਉਹ ਚਮਤਕਾਰ ਅਜੇ ਵੀ ਚਮਤਕਾਰ ਹੀ ਮੰਗ ਰਹੇ ਸੀ। ਜਿਹੜੇ ਪਹਿਲਾਂ ਦਿਖਾਏ ਉਹਨਾਂ 'ਤੇ ਉਹਨਾਂ ਨੂੰ ਯਕੀਨ ਨਹੀਂ ਆਇਆ। ਮਰਕੁਸ ਦੀ ਇੰਜੀਲ 5:32 'ਚ ਵੀ ਲਿਖਿਆ ਕਿ ਲੋਕਾਂ ਨੇ ਕਿਹਾ ਸੀ ਕਿ ਯਿਸੂ ਮਸੀਹ ਨੂੰ ਕਿ ਜੇ ਤੂੰ ਸਵਰਗ ਤੋਂ ਕਰੂਸ ਤੋਂ ਉਤਰ ਕੇ ਦਿਖਾ ਤਾਂ ਅਸੀਂ ਵੀ ਵਿਸ਼ਵਾਸ ਕਰਾਂਗੇ। ਤਾਂ ਅਸੀਂ ਮੂਸਾ ਦੇ ਜ਼ਮਾਨੇ 'ਚ ਵੀ ਦੇਖਦੇ ਹਾਂ ਕਿ ਲੋਕ ਉਸ ਵਕਤ ਵੀ ਬੁੜਬੜਾਏ, ਬੜੇ ਕੁੜਕੁੜ ਕੀਤੀ ਲੋਕਾਂ ਨੇ। ਆਤਮਿਕ ਰੋਟੀ ਦੀ ਗੱਲ ਨਹੀਂ ਕਰਦੇ, ਸਰੀਰਕ ਰੋਟੀ ਬਦਲੇ ਲੜਦੇ ਸੀ। ਤੋ ਯਿਸੂ ਮਸੀਹ ਖੁਦਾ ਦਾ ਬੇਟਾ ਜਿਹੜਾ ਸੀ, ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਸੀ। ਉਹ ਲੋਕ ਯਿਸੂ ਮਸੀਹ ਨੂੰ ਇੱਕ ਸਿਰਫ ਜ਼ਰੂਰਤ ਪੂਰੀ ਕਰਨ ਵਾਲਾ ਨਬੀ ਸਮਝਦੇ ਸੀ। ਅੱਜ ਵੀ ਬਹੁਤ ਸਾਰੇ ਲੋਕ ਪ੍ਰਭੂ ਦੇ ਕੋਲੋਂ ਸਿਰਫ ਇਸੇ ਕਰਕੇ ਹੁੰਦੇ ਕਿ ਉਹਨਾਂ ਦੀਆਂ ਬਸ ਜ਼ਰੂਰਤਾਂ ਪੂਰੀਆਂ ਕਰਦਾ ਜਾਵੇ। ਔਰ ਉਹ ਸਿਰਫ ਯਿਸੂ ਮਸੀਹ ਨੂੰ ਇੱਕ ਰਾਜਨੀਤਿਕ ਜ਼ਰੂਰਤ ਪੂਰੀ ਕਰਨ ਵਾਲਾ ਰਾਜਾ ਬਣਾਉਣਾ ਚਾਹੁੰਦੇ ਸੀ, ਲੇਕਿਨ ਉਹਨਾਂ ਨੇ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਕਬੂਲ ਨਹੀਂ ਕੀਤਾ। ਰਾਜਾ ਦੇ ਰੂਪ 'ਚ ਮੰਨ ਲਿਆ, ਲੇਕਿਨ ਪ੍ਰਭੂ ਦੇ ਰੂਪ 'ਚ ਕਬੂਲ ਨਹੀਂ ਕੀਤਾ। ਔਰ ਯਿਸੂ ਨੇ ਉਹਨਾਂ ਦੇ ਸਾਹਮਣੇ
ਕਿਹਾ ਸੀ ਕਿ ਅਗਰ ਤੁਹਾਨੂੰ ਕਿਸੇ ਚੀਜ਼ 'ਚ ਤ੍ਰਿਪਤੀ ਮਿਲ ਸਕਦੀ ਹੈ ਉਹ ਸਿਰਫ ਮੈਂ ਹੀ ਹਾਂ। ਪਰਮੇਸ਼ਰ ਦੇ ਵਿੱਚ ਤ੍ਰਿਪਤੀ, ਪਰਮੇਸ਼ਰ ਦੇ ਵਿੱਚ ਬਣੇ ਰਹਿਣਾ, ਪਰਮੇਸ਼ਰ ਦੇ ਵਿੱਚ ਚੱਲਦੇ ਰਹਿਣਾ, ਸੱਚੀ ਤ੍ਰਿਪਤੀ ਕੇਵਲ ਯਿਸੂ ਮਸੀਹ ਦੇ ਦੁਆਰਾ ਹੈ। ਯਹੂਨਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਆ 20:29 'ਚ ਕਿ ਜਿਹੜਾ ਬਿਨਾਂ ਦੇਖੇ ਮੈਨੂੰ ਵਿਸ਼ਵਾਸ ਕਰਦਾ ਆ ਉਹ ਧਨ ਹੈ। ਤੋ 20:30 ਤੋਂ 31 ਤੱਕ ਬਾਈਬਲ 'ਚ ਯਿਸੂ ਮਸੀਹ ਨੇ ਬੜੇ ਚਮਤਕਾਰ ਜਿਹੜੇ ਦਿਖਾਏ ਨੇ, ਉਹ ਇਸ ਕਰਕੇ ਲਿਖੇ ਗਏ ਨੇ ਕਿ ਲੋਕ ਉਹਨਾਂ ਨੂੰ ਪੜ੍ਹ ਕੇ ਦੇਖ ਕੇ ਵਿਸ਼ਵਾਸ ਕਰਨ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ। ਤੋ ਇੱਥੇ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਜ਼ਿੰਦਗੀ ਦੀ ਰੋਟੀ ਆ, ਉਹ ਪਰਮੇਸ਼ਰ ਵੱਲੋਂ ਸੀ, ਲੇਕਿਨ ਜਿਹੜੀ ਲੋਕ ਖਾਂਦੇ ਸੀ ਉਹ ਨਾਸ਼ ਹੋਣ ਵਾਲੀ ਸੀ। ਤੋ ਮੰਨਾ ਵੀ ਪਰਮੇਸ਼ਰ ਵੱਲੋਂ ਹੀ 6:31-32 ਪੜ੍ਹਦੇ ਹਾਂ ਅਤੇ ਲੇਕਿਨ ਜਿਨ੍ਹਾਂ ਨੇ ਖਾਧਾ ਉਹ ਨਾਸ਼ ਹੋ ਗਏ। ਉਹ ਜਿਸਮਾਨੀ ਰੋਟੀ ਸੀ, ਫਿਰ ਉਹਨਾਂ ਨੂੰ ਜਿਹੜੀ ਉਹ ਭੁੱਖ ਲੱਗੀ ਸੀ, ਖਾਣ ਵਾਲੇ ਵੀ ਮਰ ਗਏ, ਪ੍ਰਭੂ ਯਿਸੂ ਮਸੀਹ ਨੇ ਕਿਹਾ ਆ। ਲੇਕਿਨ ਸੱਚੀ ਜਿਹੜੀ ਜ਼ਿੰਦਗੀ ਦੀ ਰੋਟੀ ਹੈ ਪਰਮੇਸ਼ਰ ਵੱਲੋਂ ਆ, ਉਹ ਯਿਸੂ ਮਸੀਹ ਹੈ, ਉਹ ਖੁਦਾ ਦਾ ਬੇਟਾ ਆ। ਔਰ ਫਿਰ 27 'ਚ ਪ੍ਰਭੂ ਯਿਸੂ ਮਸੀਹ ਬੋਲਦੇ ਨੇ ਕਿ ਇਹ ਰੋਟੀ ਸਦਾ ਰਹਿਣ ਵਾਲੀ ਹੈ, ਰੂਹਾਨੀ ਰੋਟੀ ਹੈ। 35 ਦੀ 6 ਦੀ 35, 38 ਔਰ 57, 48 'ਚ ਵੀ 52 ਤੱਕ ਵੀ ਪੜ੍ਹਦੇ ਹਾਂ। ਤਾਂ ਯਿਸੂ ਮਸੀਹ ਜਿਹੜਾ ਵੀ ਇਸ ਨੂੰ ਖਾਂਦਾ ਆ ਉਹ ਤ੍ਰਿਪਤ ਹੋ ਜਾਂਦਾ। 35 ਵਚਨ 'ਚ ਲਿਖਿਆ ਕਿ ਉਹ ਕਦੇ ਵੀ ਭੁੱਖਾ ਪਿਆਸਾ ਨਹੀਂ ਹੋਵੇਗਾ, ਸਦਾ ਤੱਕ ਜੀਵਤ ਰਹੇਗਾ। 33, 40, 37, 50, 57, 58 ਵਚਨ 'ਚ। ਲੇਕਿਨ ਇਹ ਰੋਟੀ ਕਿੱਦਾਂ ਖਾਣੀ ਸੀ? ਕੇਵਲ ਵਿਸ਼ਵਾਸ ਦੇ ਥਰੂ। ਆਤਮਿਕ ਰੋਟੀ ਨੂੰ ਖਾਣ ਦਾ ਇੱਕ ਤਰੀਕਾ ਹੈ ਕਿ ਲੋਕ ਉਹਨੂੰ ਵਿਸ਼ਵਾਸ ਨਾਲ ਗ੍ਰਹਿਣ ਕਰਨ। ਯਿਸੂ ਮਸੀਹ ਨੂੰ ਉਹਨਾਂ ਨੇ ਪੁੱਛਿਆ ਸੀ ਕਿ ਸਾਨੂੰ ਇਹ ਰੋਟੀ ਦਿਆ ਕਰ, ਅਤੇ ਪ੍ਰਭੂ ਨੇ ਕਿਹਾ ਉਹ ਰੋਟੀ ਮੈਂ ਹੀ ਹਾਂ। ਫਿਰ ਪ੍ਰਭੂ ਯਿਸੂ ਮਸੀਹ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਪਰਮੇਸ਼ਰ ਨੇ ਭੇਜਿਆ ਤੁਹਾਡੇ ਵਾਸਤੇ ਕੰਮ ਆ ਉਹ ਇਹੀ ਆ ਕਿ ਤੁਸੀਂ ਉਹਦੇ 'ਤੇ ਵਿਸ਼ਵਾਸ ਕਰੋ। ਲੇਕਿਨ ਉਹਨਾਂ ਨੇ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਨਹੀਂ ਕੀਤਾ। ਲੇਕਿਨ ਇਸ ਅਧਿਆਏ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਗੱਲ ਆ, ਜਿਸ ਬੱਚੇ ਨੇ ਪ੍ਰਭੂ ਯਿਸੂ ਮਸੀਹ ਨੂੰ ਰੋਟੀ ਦਿੱਤੀ ਉਹ ਬਹੁਤ ਹੀ ਮੈਂ ਕਹਾਂਗਾ ਇਸ ਅਧਿਆਏ ਦਾ ਹੀਰੋ ਆ। ਤਾਂ ਇਸ ਅਧਿਆਏ ਦੇ ਵਿੱਚ ਹੀਰੋ ਇੱਕ 12 ਸਾਲ ਦਾ ਲੜਕਾ, ਉਸਨੇ ਲੋਕਾਂ ਲਈ ਯੋਗਦਾਨ ਜੋ ਉਹਨੂੰ ਦੇਣਾ ਚਾਹੀਦਾ ਸੀ ਉਹਨੇ ਦਿੱਤਾ। ਉਸਨੇ ਆਪਣੀਆਂ ਰੋਟੀਆਂ ਅਤੇ 2 ਮੱਛੀਆਂ ਜਿਹੜੀਆਂ ਸੀ ਉਹ ਲੋਕਾਂ ਦੀ ਸੇਵਕਾਈ ਵਿੱਚ ਦਿੱਤੀਆਂ। ਔਰ ਉਸਨੇ ਇਸ ਗੱਲ ਤੋਂ ਕਦੇ ਨਾ ਨਹੀਂ ਕੀਤੀ, ਉਹਨੇ ਪੂਰਾ ਸਮਰਪਣ ਕੀਤਾ ਔਰ ਉਹਨੇ ਆਪਣੇ ਹਿੱਸੇ ਦਾ ਤਿਆਗ ਕੀਤਾ ਜੋ ਉਹਦਾ ਹੀ, ਉਹਨੇ ਪ੍ਰਭੂ ਦੀ ਸੇਵਕਾਈ ਲਈ ਦਿੱਤਾ। ਉਸਨੇ ਆਪਣੀ ਰੋਟੀ ਯਿਸੂ ਮਸੀਹ ਦੇ ਹੱਥਾਂ 'ਚ ਦਿੱਤੀ ਔਰ ਉਹਨਾਂ ਰੋਟੀਆਂ ਨੂੰ ਵਾਧਾ ਵੇਖਿਆ। ਔਰ ਦੇਖੋ 12 ਟੋਕਰੇ ਬਾਅਦ ਵਿੱਚ ਬਚੇ ਨੇ, ਉਸ ਦੀਆਂ ਰੋਟੀਆਂ ਕਿੰਨੀਆਂ ਵੱਧ ਗਈਆਂ, ਕਿੰਨੇ ਲੋਕਾਂ ਨੂੰ ਤ੍ਰਿਪਤੀ ਦੇ ਚੁੱਕੀਆਂ ਸੀ। ਔਰ 6 ਦੀ 11 'ਚ ਲਿਖਿਆ ਯਿਸੂ ਮਸੀਹ ਨੇ ਰੋਟੀ 'ਤੇ ਧੰਨਵਾਦ ਕੀਤਾ ਸੀ। ਔਰ ਸੱਚਮੁੱਚ ਅਸੀਂ ਦੇਖੀਏ ਅਤੇ ਉਹਨੇ ਆਪਣੀਆਂ ਅੱਖਾਂ ਨਾਲ ਬੱਚੇ ਨੇ ਯਿਸੂ ਮਸੀਹ ਨੂੰ ਧੰਨਵਾਦ ਕਰਦੇ ਸੁਣਿਆ, ਅਤੇ ਉਹ ਵੀ ਜ਼ਿੰਦਗੀ 'ਚ ਧੰਨਵਾਦੀ ਹੀ ਬਣਿਆ ਰਿਹਾ ਹੋਵੇਗਾ। ਔਰ ਉਸਨੇ ਆਪਣੇ ਘਰ ਜਾ ਕੇ ਵੀ ਦੱਸਿਆ ਹੋਊਗਾ ਆਪਣੀ ਮਾਂ ਨੂੰ ਕਿ ਅੱਜ ਮੈਂ ਜੋ ਪ੍ਰਭੂ ਨੂੰ ਦਿੱਤਾ ਆ ਅਤੇ ਉਸ ਦਾ ਪਰਮੇਸ਼ਰ ਨੇ ਕਿੱਦਾਂ ਉਪਯੋਗ ਕੀਤਾ ਆ, ਮੇਰੀਆਂ ਰੋਟੀਆਂ ਦਾ ਸਹੀ ਉਪਯੋਗ ਕੀਤਾ ਆ। ਮੇਰੇ ਪ੍ਰਿਓ ਦੇ ਮਾਂ ਪਿਓ ਨੂੰ ਦਾਨ ਦੇਣਾ ਸਿਖਾਇਆ ਸੀ, ਉਹਨੂੰ ਸੇਵਾ ਕਰਨੀ ਸਿਖਾਈ ਸੀ, ਤਾਂ ਹੀ ਉਹ ਦੇ ਪਾਇਆ। ਕਿਉਂਕਿ ਯਹੂਦੀ ਔਰਤਾਂ ਆਪਣੇ ਬੱਚਿਆਂ ਨੂੰ ਕੁਰਬਾਨੀ ਚੜ੍ਹਾਉਣ ਦੇ ਬਾਰੇ ਔਰ ਭੇਟਾਂ ਦੇਣ ਦੇ ਬਾਰੇ ਸਿਖਾਉਂਦੀਆਂ ਰਹਿੰਦੀਆਂ ਸੀ। ਤੋ ਅਸੀਂ ਦੇਖਦੇ ਹਾਂ ਕਿ 5 ਦੀ 6 ਜਦੋਂ ਪੜ੍ਹਦੇ ਉਦੋਂ ਚੇਲੇ ਬਹਾਨੇ ਬਣਾ ਰਹੇ ਸੀ। ਉਹਨਾਂ ਨੇ ਉਹ ਬਸ ਆਪਣਾ ਬਜਟ ਹੀ ਵੇਖ ਰਹੇ ਸੀ, ਉਹ ਆਪਣੇ ਬਜਟ ਵੱਲ ਧਿਆਨ ਦੇ ਰਹੇ ਸੀ। ਲੇਕਿਨ ਉਸ ਬੱਚੇ ਕੋਲੋਂ ਜੋ ਕੁਛ ਸੀ ਉਹਨੇ ਪ੍ਰਭੂ ਲਈ ਦੇ ਦਿੱਤਾ। ਆਪ ਵੀ ਅਗਰ ਪ੍ਰਭੂ ਦਾ ਕਾਰਿਆ ਕਰਨਾ ਚਾਹੁੰਦੇ, ਜੋ ਕੁਛ ਵੀ ਤੁਹਾਡੇ ਕੋਲ ਆ ਪਰਮੇਸ਼ਰ ਲਈ ਲਗਾਓ। ਪਰਮੇਸ਼ਰ ਉਹਨੂੰ ਇਸਤੇਮਾਲ ਕਰ ਸਕਦਾ ਹੈ, ਪਰਮੇਸ਼ਰ ਉਹਨੂੰ ਬੜੋਤਰੀ ਵਿੱਚ ਲੈ ਕੇ ਜਾ ਸਕਦਾ ਹੈ। ਔਰ ਚੇਲੇ ਆਪਣਾ ਬਜਟ ਵੇਖ ਰਹੇ। ਯਿਸੂ ਮਸੀਹ ਇੱਕ ਵਿਅਕਤੀ ਨੂੰ ਢੂੰਡ ਰਿਹਾ ਸੀ ਜੋ ਉਸ ਦੇ ਵਾਸਤੇ ਆਪਣਾ ਸਮਰਪਣ ਕਰ ਸਕੇ, ਅਤੇ ਪਰਮੇਸ਼ਰ ਨੇ ਉਸ ਦੇ ਸਮਰਪਣ ਦਾ ਪੂਰਾ ਉਹਨੂੰ ਲਾਭ ਦਿੱਤਾ। ਤਾਂ ਉਸਨੇ ਸਮਝ ਲਿਆ ਕਿ ਯਿਸੂ ਮਸੀਹ ਸਭ ਕੁਝ ਕਰ ਸਕਦਾ ਹੈ। ਮੈਂ ਕਹਿੰਦਾ ਕਿ 5000 ਲੋਕ ਰੋਟੀਆਂ ਖਾ ਕੇ ਉੱਥੋਂ ਲੰਗਰ ਖਾ ਕੇ ਚਲੇ ਗਏ, ਖਾਣਾ ਖਾ ਕੇ ਨਿਕਲ ਗਏ, ਪਰ ਉਸ ਬੱਚੇ ਨੇ ਜ਼ਿੰਦਗੀ ਦਾ ਸਹੀ ਸਬਕ ਸਿੱਖਿਆ ਹੋਊਗਾ। ਮੇਰਾ ਵਿਸ਼ਵਾਸ ਹੈ ਬਾਅਦ ਵਿੱਚ ਵੀ ਉਹ ਬੱਚਾ ਆਪਣੀ ਹਰ ਜ਼ਰੂਰਤ ਵਾਸਤੇ ਪਰਮੇਸ਼ਰ 'ਤੇ ਨਿਰਭਰ ਰਿਹਾ ਹੋਏਗਾ। ਸਾਨੂੰ ਵੀ ਪਰਮੇਸ਼ਰ ਨੂੰ ਦੇਣ ਤੋਂ ਕਦੇ ਰੁਕਣਾ ਨਹੀਂ ਚਾਹੀਦਾ। ਸਾਡੇ ਕੋਲ ਜੋ ਕੁਛ ਆ ਪਰਮੇਸ਼ਰ ਦੀ ਸੇਵਾ 'ਚ ਲਗਾਓ। ਕੰਜੂਸ ਲੋਕ ਨਹੀਂ ਚਾਹੀਦੇ ਪ੍ਰਭੂ ਨੂੰ, ਹਮੇਸ਼ਾ ਜੋ ਕੁਛ ਉਹਨਾਂ ਕੋਲ ਹੈਗਾ ਆ ਉਹ ਲਗਾਉਣ ਵਾਲੇ ਚਾਹੀਦੇ ਨੇ। ਤੋ ਜਦ ਯਿਸੂ ਮਸੀਹ ਨੇ ਸਵਰਗ ਤੋਂ ਮਿਲਣ ਵਾਲੇ ਧਨ ਦੀ ਗੱਲ ਕੀਤੀ, ਅਤੇ ਉਸ ਵਕਤ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਧਨੀ ਨੌਜਵਾਨ ਹੀ ਵਾਪਸ ਚਲਾ ਗਿਆ। 19 ਅਧਿਆਏ 'ਚ ਪੜ੍ਹਦੇ ਅਸੀਂ, 19 ਦੀ 21 'ਚ ਮੱਤੀ ਦੀ ਇੰਜੀਲ 'ਚ, ਅਤੇ ਉਹ ਵਾਪਸ ਚਲਾ ਗਿਆ। ਅਤੇ ਯਹੂਨਾ 3 'ਚ ਵੀ ਨਿਕੋਦੇਮਸ ਆਤਮਿਕ ਗੱਲਾਂ ਨੂੰ ਸਮਝ ਨਹੀਂ ਪਾਇਆ। ਯਹੂਨਾ 6 'ਚ ਬਹੁਤ ਸਾਰੇ ਚੇਲੇ ਉਲਟੇ ਵਾਪਸ ਚਲੇ ਗਏ, ਕੋਈ ਮੁੜ ਕੇ ਵਾਪਸ ਨਹੀਂ ਆਇਆ ਪ੍ਰਭੂ ਦੇ ਪਿੱਛੇ। ਅਤੇ ਇਸ ਅਧਿਆਏ ਦੇ ਵਿੱਚ ਲੋਕਾਂ ਦਾ ਜਿਹੜਾ ਮਨੋਭਾਵ ਆ
वो सिर्फ यही है कि प्रभु एक ਜ਼ਰੂਰਤਾਂ ਪੂਰੀਆਂ ਕਰਨ ਵਾਲਾ। ਅੱਜ ਵੀ ਬਹੁਤ ਸਾਰੇ ਲੋਕ ਯਿਸੂ ਮਸੀਹ ਨੂੰ ਇੱਕ ਡਿਸਪੈਂਸਰੀ ਡਾਕਟਰ ਵਾਂਗੂ ਸਮਝਦੇ ਆ ਕਿ ਬਸ ਜਦੋਂ ਬਿਮਾਰ ਹੋਏ ਤਾਂ ਦਵਾ ਕਰਾ ਲਾਂਗੇ, ਲੇਕਿਨ ਆਤਮਿਕ ਜ਼ਰੂਰਤ ਦੀ ਗੱਲ ਨਹੀਂ ਸਮਝਦੇ। ਸ਼ੈਤਾਨ ਜਿਹੜਾ ਸਭ ਤੋਂ ਵੱਡਾ ਆਫਰ ਯਿਸੂ ਮਸੀਹ ਦੇ ਸਾਹਮਣੇ ਇਹੀ ਲੈ ਕੇ ਆਇਆ ਸੀ ਕਿ ਤੂੰ ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਯਿਸੂ ਮਸੀਹ ਨੇ ਕਿਹਾ ਸੀ ਇਨਸਾਨ ਕੇਵਲ ਰੋਟੀ ਨਾਲ ਨਹੀਂ ਬਲਕਿ ਪਰਮੇਸ਼ਰ ਦੇ ਵਚਨ ਨਾਲ ਜਿੰਦਾ ਰਹੇਗਾ। ਤੋ ਅਸੀਂ ਦੇਖਦੇ ਕਿ ਅੱਜ ਵੀ ਬਹੁਤ ਸਾਰੇ ਲੋਕ ਖਾਲੀ ਹੱਥ ਵਾਪਸ ਚਲੇ ਜਾਂਦੇ ਨੇ। ਪ੍ਰਭੂ ਕੋਲ ਆ ਕੇ ਖਾਲੀ ਹੱਥ ਜਾਣਾ ਠੀਕ ਨਹੀਂ ਆ। ਮੱਤੀ ਸਾਨੂੰ 5-6 ਸਾਫ਼ ਲਫ਼ਜ਼ਾਂ 'ਚ ਕਿਹਾ ਗਿਆ ਆ ਕਿ ਜਿਹੜੇ ਧਰਮ ਦੇ ਭੁੱਖੇ ਅਤੇ ਪਿਆਸੇ ਨੇ ਉਹ ਰਜਾਏ ਜਾਣਗੇ। ਹਰ ਸਮੇਂ ਦੁਨਿਆਵੀ ਰੋਟੀ ਦੁਨਿਆਵੀ ਜ਼ਰੂਰਤਾਂ ਵਾਸਤੇ ਹੀ ਆਪਾਂ ਬੋਲਦੇ ਨਹੀਂ ਰਹਿਣਾ। ਤੋ ਜਿਹੜਾ 4 ਅਧਿਆਏ 'ਚ ਦੇਖੋ ਸਾਮਰੀ ਔਰਤ ਨੂੰ ਪ੍ਰਭੂ ਯਿਸੂ ਮਸੀਹ ਨੇ ਜਦੋਂ ਆਤਮਿਕ ਜਲ ਦੀ ਗੱਲ ਕੀਤੀ, ਉਹਨੇ ਖੁਦ ਵੀ ਪੀਤਾ ਔਰ ਸਾਰੇ ਪਿੰਡ ਨੇ ਪੀਤਾ ਔਰ ਸਾਰਾ ਪਿੰਡ ਤ੍ਰਿਪਤ ਹੋ ਗਿਆ। ਉੱਥੇ ਪ੍ਰਭੂ ਯਿਸੂ ਮਸੀਹ 2 ਦਿਨ ਰਹੇ, ਲੇਕਿਨ ਇੱਥੇ 5000 ਲੋਕ ਯਿਸੂ ਮਸੀਹ ਨੂੰ ਛੱਡ ਕੇ ਜਾ ਰਹੇ ਨੇ। ਪ੍ਰਭੂ ਯਿਸੂ ਮਸੀਹ ਨੇ ਯਹੂਨਾ ਨੂੰ ਚੇਲਿਆਂ ਨੂੰ ਸਾਰੇ ਜਿੰਨੇ ਵੀ ਉੱਥੇ ਪਤਰਸ ਵਰਗੇ ਯੋਧਾ ਲੋਕ ਖੜੇ ਸੀ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਜਾਣਾ ਚਾਹੁੰਦੇ ਹੋ? ਕਹਿੰਦੇ ਕਿਹਦੇ ਕੋਲ ਜਾਈਏ? ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹੀ। ਤੋ ਜਿਹੜੇ ਤ੍ਰਿਪਤ ਹੋਣ ਵਾਲੇ ਆ ਉਹ ਕੌਣ ਨੇ? ਸ਼ਿਮੌਨ ਤ੍ਰਿਪਤ ਹੋ ਗਿਆ ਜਦ ਉਹਨੇ ਬਜ਼ੁਰਗੀ ਦਿਨਾਂ 'ਚ ਯਿਸੂ ਮਸੀਹ ਨੂੰ ਵੇਖਿਆ, ਉਹ ਤ੍ਰਿਪਤ ਹੋ ਗਿਆ। ਕਹਿੰਦਾ ਪ੍ਰਭੂ ਮੈਨੂੰ ਦੁਨੀਆ ਤੋਂ ਵਿਦਾ ਕਰ, ਬਸ ਹੁਣ ਮੈਂ ਤੇਰੇ ਉਧਾਰ ਨੂੰ ਦੇਖ ਲਿਆ ਹੈ। ਤੇ ਨਾਲ ਹੀ ਦੇਖਦੇ ਜਿਹੜੇ ਜੋਤਸ਼ੀ ਪ੍ਰਭੂ ਯਿਸੂ ਮਸੀਹ ਨੂੰ ਵੇਖਣ ਵਾਸਤੇ ਆਏ ਉਹ ਵੀ ਤ੍ਰਿਪਤ ਹੋ ਕੇ ਗਏ। ਜਿਹੜੇ ਗਡਰੀਏ ਅਸੀਂ ਦੇਖਦੇ ਹਾਂ ਦੂਸਰੇ ਅਧਿਆਏ 'ਚ ਲੂਕਾ ਦੀ ਇੰਜੀਲ 'ਚ, ਉਹ ਵੀ ਬੜੀ ਸਤੁਤੀ ਕਰਦੇ ਮਹਿਮਾ ਕਰਦੇ ਵਾਪਸ ਮੁੜੇ। ਬਹੁਤ ਸਾਰੇ ਅਸੀਂ ਲੋਕ ਵੇਖਦੇ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਵੇਖਿਆ ਅਤੇ ਉਹ ਤ੍ਰਿਪਤ ਹੋ ਗਏ। ਤੋ ਫਿਰ ਅਸੀਂ ਦੇਖਦੇ ਕਿ ਯਹੂਨਾ ਯਿਸੂ ਮਸੀਹ ਤੋਂ ਤ੍ਰਿਪਤ ਸੀ ਔਰ ਅੱਜ ਅਸੀਂ ਦੇਖਦੇ ਕਿ ਤੁਸੀਂ ਤ੍ਰਿਪਤ ਹੋ। ਕਿਆ ਤੁਹਾਨੂੰ ਤ੍ਰਿਪਤੀ ਯਿਸੂ ਮਸੀਹ ਵਿੱਚ ਆ ਜਾਂ ਯਿਸੂ ਮਸੀਹ ਦੇ ਚਮਤਕਾਰਾਂ 'ਚ ਜਾਂ ਦੁਨਿਆਵੀ ਚੀਜ਼ਾਂ ਨੂੰ ਮਿਲਦੀਆਂ ਅਤੇ ਉਦੋਂ ਤ੍ਰਿਪਤੀ ਮਿਲਦੀ ਹੈ? ਇਸ ਕਰਕੇ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਬਾਣੀ ਦਾ ਸਹੀ ਪ੍ਰਕਾਰ ਦੇ ਨਾਲ ਆਪਣੀ ਜ਼ਿੰਦਗੀ 'ਚ ਇਸਤੇਮਾਲ ਕਰਨਾ ਹੈ। ਆਪਣੇ ਪਰਮੇਸ਼ਰ ਦੇ ਨਾਲ ਸਹੀ ਰਹੋ, ਆਪਣੇ ਪ੍ਰਭੂ ਨਾਲ ਸਹੀ ਜੁੜੋ ਔਰ ਉਹਦੇ ਮਾਰਗਾਂ ਨੂੰ ਆਪਣੇ ਪ੍ਰਭੂ ਕੋਲ ਆ ਕੇ ਖਾਲੀ ਹੱਥ ਰਹਿਣਾ ਚੰਗੀ ਬਾਤ ਨਹੀਂ ਹੈ। ਆਪਣੇ ਜੀਵਨ ਨੂੰ ਖਾਲੀ ਰੱਖਣਾ ਚੰਗੀ ਬਾਤ ਨਹੀਂ। ਇਸ ਕਰਕੇ ਰਾਜਾ ਦਾਊਦ ਕਹਿੰਦਾ ਹੇ ਪਰਮੇਸ਼ਰ ਪਿਆਸੀ ਹਿਰਨੀ ਦੀ ਤਰ੍ਹਾਂ ਮੈਂ ਤੇਰਾ ਪਿਆਸਾ ਹਾਂ। ਇਸ ਤਰ੍ਹਾਂ ਜਿੱਦਾਂ ਪਿਆਸੀ ਹਿਰਨੀ ਉਸ ਜ਼ਮੀਨ ਵਾਂਗੂ ਜਿਹੜੀ ਬਿਲਕੁਲ ਪਿਆਸੀ ਆ, ਉਸਰ ਭੂਮੀ ਆ, ਉਹਦੇ ਵਾਂਗੂ ਕਹਿੰਦਾ ਮੈਂ ਬਿਲਕੁਲ ਤੇਰਾ ਪਿਆਸਾ ਹਾਂ। ਤਾਂ ਐਸੇ ਲੋਕਾਂ ਦੀ ਤ੍ਰਿਪਤੀ ਹੁੰਦੀ ਹੈ ਜਿਹੜੇ ਪਿਆਸ ਰੱਖ ਕੇ ਆਉਂਦੇ ਨੇ। ਤਾਂ ਮੈਂ ਇੱਥੇ ਦੇਖਦਾ 2 ਜਣੇ ਤ੍ਰਿਪਤ ਹੋਏ ਨੇ ਬਹੁਤ ਜ਼ਿਆਦਾ। ਸਭ ਤੋਂ ਪਹਿਲਾਂ ਉਹ ਬੱਚਾ ਤ੍ਰਿਪਤ ਹੋਇਆ, ਉਸ ਤੋਂ ਬਾਅਦ ਚੇਲੇ ਤ੍ਰਿਪਤ ਹੋਏ। ਕਹਿੰਦੇ ਜੀਵਨ ਦੀਆਂ ਗੱਲਾਂ ਤੇਰੇ ਕੋਲ ਆਈਆਂ। ਤਾਂ ਅਸੀਂ ਚਰਚ ਵਿੱਚ ਆਈਏ ਜੀਵਨ ਦੀਆਂ ਗੱਲਾਂ ਸਿੱਖਣ ਵਾਸਤੇ। ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਜੀਵਨ ਦੀ ਰੋਟੀ ਖਾਓ, ਉਹ ਮੈਂ ਆ, ਤਾਂ ਸੱਚੀ ਤ੍ਰਿਪਤੀ ਪ੍ਰਭੂ ਦੇ ਵਿੱਚ ਆ। ਸੱਚੀ ਤ੍ਰਿਪਤੀ ਪ੍ਰਭੂ ਦੇ ਬਾਣੀ ਦੇ ਵਿੱਚ ਹੈ। ਸੱਚੀ ਤ੍ਰਿਪਤੀ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਵਿੱਚ ਹੈ। ਸੱਚੀ ਤ੍ਰਿਪਤੀ ਯਿਸੂ ਮਸੀਹ ਤੋਂ ਇਲਾਵਾ ਹੋਰ ਕਿਸੇ ਚੀਜ਼ 'ਚ ਨਹੀਂ ਹੈ। ਇਸ ਕਰਕੇ ਪ੍ਰਭੂ ਨੇ ਕਿਹਾ ਜਿਹੜਾ ਦੁਨੀਆ ਦੀ ਰੋਟੀ ਖਾਂਦਾ ਖਾ ਕੇ ਤੇ ਮਰ ਜਾਂਦਾ, ਪਰ ਜਿਹੜਾ ਮੈਨੂੰ ਖਾਏਗਾ ਉਹ ਕਦੇ ਵੀ ਮਰੇਗਾ ਨਹੀਂ ਬਲਕਿ ਜੀਵਤ ਰਹੇਗਾ। ਇਸ ਕਰਕੇ ਮੇਰੇ ਪਿਆਰਿਓ ਯਹੂਨਾ 6 ਅਧਿਆਏ ਬਹੁਤ ਹੀ ਸਾਨੂੰ ਇੰਪੋਰਟੈਂਟ ਗੱਲਾਂ ਸਿਖਾਉਂਦਾ ਆ ਕਿ ਸਿਰਫ ਮਤਲਬ ਵਾਸਤੇ ਪ੍ਰਭੂ ਕੋਲ ਨਾ ਆਓ। ਹਮੇਸ਼ਾ ਆਪਣੇ ਜੀਵਨ ਨੂੰ ਜਾਂਚਦੇ ਰਹੋ। ਉਹਨਾਂ ਨੇ ਆਪਣੇ ਜੀਵਨ ਨੂੰ ਜਾਂਚਿਆ ਨਹੀਂ, ਬਸ ਰੋਟੀ ਦੀ ਗੱਲ ਕੀਤੀ ਅਤੇ ਰੋਟੀ ਖਾ ਕੇ ਉਸ ਤੋਂ ਬਾਅਦ 'ਚ ਉਲਟੇ ਫਿਰ ਗਏ ਉਹ ਜਦੋਂ ਆਤਮਿਕ ਜੀਵਨ ਦੀ ਗੱਲ ਆਈ। ਤਾਂ ਫਿਲਿੱਪੀਆਂ 2 ਅਧਿਆਏ 'ਚ ਵੀ ਕਹਿੰਦਾ ਉਹਨਾਂ ਦਾ ਈਸ਼ਵਰੀ ਢਿੱਡ ਆ। ਤਾਂ ਖਾਣ ਪਿੱਛੇ ਇਸਰਾਏਲੀ ਲੋਕ ਜਿਹੜੇ ਸੀ ਉਹ ਜੰਗਲ 'ਚ ਢੇਰ ਹੋ ਗਏ, ਕੁੜਕੜਾਉਂਦੇ ਸੀ, ਬੁੜਬੜਾਉਂਦੇ ਸੀ। ਅੱਜ ਵੀ ਜੇ ਤੁਸੀਂ ਸੰਗਤ ਵਿੱਚ ਆਉਂਦੇ ਹੋ ਅਤੇ ਜੇ ਤੁਹਾਡਾ ਧਿਆਨ ਸਿਰਫ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਹੀ ਤੁਸੀਂ ਲੱਗੇ ਰਹਿੰਦੇ ਹੋ ਅਤੇ ਆਤਮਿਕ ਗੱਲਾਂ ਦੇ ਵਿੱਚ ਜ਼ਿਆਦਾ ਰੁਚੀ ਨਹੀਂ ਰੱਖਦੇ, ਤਾਂ ਫਿਰ ਬੜੇ ਧਿਆਨ ਦੇ ਨਾਲ ਲੂਕਾ ਦੀ ਇੰਜੀਲ ਦੱਸਦੇ 38 ਵਚਨ ਨੂੰ ਪੜ੍ਹ ਕੇ ਅੱਗੇ ਦੇਖਦੇ ਹਾਂ। ਉੱਥੇ ਮਾਰਥਾ ਅਤੇ ਮਰੀਅਮ ਦੋਨਾਂ ਦੇ ਬਾਰੇ ਲਿਖਿਆ ਗਿਆ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਮਾਰਥਾ ਤੂੰ ਬੜੀਆਂ ਚੀਜ਼ਾਂ ਦੀ ਚਿੰਤਾ ਕਰਦੀ, ਉਹ ਰਸੋਈ ਦੇ ਵਿੱਚ ਹੀ ਪ੍ਰਭੂ ਦੀ ਸੇਵਾ ਕਰ ਰਹੀ, ਅੱਛੀ ਉਹ ਵੀ ਸੇਵਾ ਬੁਰੀ ਨਹੀਂ, ਲੇਕਿਨ ਪ੍ਰਭੂ ਚਾਹੁੰਦਾ ਹੈ ਕਿ ਮਰੀਅਮ ਦੀ ਤਰ੍ਹਾਂ ਲੋਕ ਉਹਦੇ ਚਰਨਾਂ 'ਚ ਉਹਦੀ ਬਾਣੀ ਨੂੰ ਸੁਣਨ। ਉਹਦੀ ਬਾਣੀ ਨੂੰ ਜਦੋਂ ਬੰਦਾ ਸੁਣਦਾ ਹੈ ਅਤੇ ਬਾਈਬਲ ਸਾਨੂੰ ਕਹਿੰਦੀ ਆ ਕਿ ਉਹ ਬੜੇ ਵੱਡੇ ਬਲੀਦਾਨਾਂ ਨਾਲ ਵੀ ਉੱਤਮ ਆ। ਇਸ ਕਰਕੇ ਮੇਰੀ ਤੁਹਾਨੂੰ ਇਹੀ ਗੁਜ਼ਾਰਿਸ਼ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਆਪਣੇ ਜੀਵਨ ਨੂੰ ਇੱਦਾਂ ਦਾ ਮਜ਼ਬੂਤ ਬਣਾਓ ਕਿ ਜੇ ਪ੍ਰਭੂ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ ਉਹਨੂੰ ਸਮਝੋ। ਉਹਨਾਂ ਲੋਕਾਂ ਨੇ ਆਤਮਿਕ ਗੱਲਾਂ ਨੂੰ ਸਮਝ ਨਹੀਂ ਪਾਏ ਔਰ ਉਲਟੇ ਫਿਰ ਗਏ, ਕਹਿੰਦੇ ਇਹ ਕਠੋਰ ਗੱਲਾਂ ਆ। ਉਹ 63 ਵਚਨ 'ਚ ਲਿਖਿਆ ਕਿ ਯਿਸੂ ਕਹਿ ਰਿਹਾ ਇਹ ਗੱਲਾਂ ਜੀਵਨ ਅਤੇ ਆਤਮਾ ਆ। ਯਿਸੂ ਮਸੀਹ ਜੀਵਨ ਅਤੇ ਆਤਮਿਕ ਗੱਲਾਂ ਸਾਨੂੰ ਜਿੱਦਾਂ ਸਰੀਰ ਭੋਜਨ ਜਿਹੜਾ ਆ ਸਰੀਰਕ ਭੋਜਨ ਤਾਕਤ ਦਿੰਦਾ ਆ, ਉਸੇ ਤਰ੍ਹਾਂ ਸਾਡੀ ਆਤਮਾ ਵਾਸਤੇ ਪਰਮੇਸ਼ਰ ਦੀ ਬਾਣੀ ਆ। ਆਤਮਾ ਵਾਸਤੇ ਪਰਮੇਸ਼ਰ ਦੀ ਬਾਣੀ ਆ, ਉਹਦੇ ਦੁਆਰਾ ਤੁਹਾਡੀ ਆਤਮਾ ਜੀਵਤ ਰਹੇਗੀ। ਅੱਜ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਦੂਸਰੀਆਂ ਖਾਣ ਪੀਣ ਚੀਜ਼ਾਂ 'ਚ ਜ਼ਿਆਦਾ ਰੁਚੀ ਰੱਖਦੇ ਨੇ, ਆਪਣੇ ਸਰੀਰ ਦੀ ਚੀਜ਼ਾਂ ਖਾਣ ਵਾਸਤੇ ਰੱਖਦੇ ਨੇ, ਪਰ ਆਤਮਿਕ ਕਿਤਾਬਾਂ, ਆਤਮਿਕ ਬਾਣੀ, ਆਤਮਿਕ ਵਾਤਾਵਰਨ 'ਚ ਕਿਵੇਂ ਉਹ ਆਪਣੇ ਆਪ ਨੂੰ ਰੱਖਦੇ ਨੇ, ਇਹ ਬਹੁਤ ਵੱਡਾ ਸਵਾਲ ਹੈ। ਮੇਰੇ ਪ੍ਰਿਓ ਆਓ ਅਸੀਂ ਇਹਨਾਂ ਅਧਿਆਇਆਂ ਦੇ ਵਿੱਚੋਂ ਦੇਖੀਏ
कि असी कित्थे खड़े हैं। क्या असी अपने आत्मिक जीवन की परवाह कर रहे हैं? क्या असीं यसु मसीह खुदा दे बेटे विच मगन आ? क्या उहदे पवित्र आत्मा के द्वारा असी तृप्त होए हैं? क्या सानू सच्चा आनंद आ रहा है? क्या सानू प्रभु की बाणी विच मगनता आ रही है? क्या असी जो गीत गाउने मगन होकर गाउने हैं? क्या असी जो प्रचार सुनते मगन होकर सुनते हैं? अगर तुसीं उहदी बाणी मगन होकर सुनते हो तो प्रभु यसु मसीह कह रहे हैं, मुबारक को लोग ने जिहड़े ये गल्लां सुनते तो देखते हैं। मेरे प्रियो, प्रभु दा आत्मा तुहाडे अंग संग रहे। इस करके इन्हां अध्यायां दे विचों अपने जीवन दे हर एक पल हर समय नूं परमेशर दे लेखे लगाओ। उस बच्चे की तरह जिन्हें 5 रोटियां 2 मच्छियां दित्तियां और उहदे देण नाल कितना वड्डा आश्चर्य कर्म हो गया। देण वाले बनो, परमेशर नूं हमेशा लैण वाले नहीं, देण वाले भी बनो। देण वालियां नूं बाइबल च लिखिया लैण नालों देण वाला मुबारक है। इस करके प्रभु की सेवकाई तो कभी बहाने बना के पिछे ना भजो। लोगों की मदद करो, लोगों की तृप्ति कराओ, लोगों परमेश्वर की बाणी सुनाओ, लोगों आत्मिक जीवन वाल लैके जाओ। शरीरिक गल्लां वाल नहीं, आत्मिक वातावरण वाल, आत्मिक अभिषेक वाल, आत्मिक रोटी वाल, आत्मिक गीतां वाल, आत्मिक प्रचार वाल, आत्मिक अभिषेक वाल, आत्मिक जीवन वाल लोगों लैके जाओ। प्रभु तुहानूं सब नूं बड़ी आशीष देवे। तुसीं मेरे लिए मेरे परिवार की प्रार्थना करनी और जो कुछ मैनूं आत्मा ने कहा वो मैं च बोलिया आ। तुसीं इहनूं सीख के प्रभु यसु मसीह दे विच तृप्त रहो। वही सच्ची जीवन की रोटी आ, वही तुहानूं अच्छा आनंद दे सकता है। प्रभु की किरपा तुहाडे ते होवे। सब नूं जय मसीह की।